ਇੱਕ ਮਹੀਨਾ ਪਹਿਲਾਂ ਫਰਵਰੀ 11ਵੀਂ 2026 ਨੂੰ ਕੁਝ ਬਦਲਿਆ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਬਾਜ਼ਾਰ ਡਿੱਗਿਆ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਤੁਸੀਂ ਆਪਣੇ ਪੋਰਟਫੋਲੀਓ ਤੇ ਲਾਲ ਰੰਗ ਦੇਖਿਆ, ਪਰ ਇਸ ਵਾਰ ਵੱਖਰਾ ਮਹਿਸੂਸ ਹੋਇਆ ਅਤੇ ਉਦੋਂ ਤੋਂ 30 ਦਿਨਾਂ ਵਿੱਚ ਬਾਜ਼ਾਰ ਵਿੱਚੋਂ 25 ਲੱਖ ਕਰੋੜ ਸਾਫ਼ ਹੋ ਗਏ ਹਨ। ਲੱਖਾਂ ਪ੍ਰਚੂਨ ਨਿਵੇਸ਼ਕਾਂ ਨੇ ਅਜਿਹੇ ਫੈਸਲੇ ਲਏ ਹਨ ਜਿਨ੍ਹਾਂ ਤੇ ਉਹਨਾਂ ਨੂੰ ਪਛਤਾਵਾ ਹੋ ਸਕਦਾ ਹੈ ਅਤੇ ਹਰ ਕੋਈ ਇਹੀ ਸਵਾਲ ਪੁੱਛ ਰਿਹਾ ਹੈ, ਮੈਂ ਹੁਣ ਕੀ ਕਰਾਂ? ਇਸ ਲਈ ਅੱਜ ਅਸੀਂ ਉਹ ਕਰਨ ਜਾ ਰਹੇ ਹਾਂ ਜੋ ਡੀਕੋਡਰ ਸਭ ਤੋਂ ਵਧੀਆ ਕਰਦਾ ਹੈ। ਅਸੀਂ ਤੁਹਾਨੂੰ ਘਬਰਾਉਣ ਲਈ ਨਹੀਂ ਕਹਿਣ ਜਾ ਰਹੇ ਹਾਂ। ਅਸੀਂ ਇਹ ਡੀਕੋਡ ਕਰਨ ਜਾ ਰਹੇ ਹਾਂ ਕਿ ਇਹਨਾਂ 30 ਦਿਨਾਂ ਵਿੱਚ ਅਸਲ ਵਿੱਚ ਕੀ ਹੋਇਆ। ਭਾਰਤ ਭਰ ਦੇ ਪ੍ਰਚੂਨ ਨਿਵੇਸ਼ਕ ਇਸ ਵੇਲੇ ਕੀ ਗਲਤ ਕਰ ਰਹੇ ਹਨ ਅਤੇ ਡੇਟਾ ਅਸਲ ਵਿੱਚ ਤੁਹਾਨੂੰ ਕੀ ਕਰਨ ਲਈ ਕਹਿੰਦਾ ਹੈ। ਤਾਂ ਆਓ ਸ਼ੁਰੂ ਕਰੀਏ। ਇਹ ਸਮਝਣ ਲਈ ਕਿ ਅਸੀਂ ਕਿੱਥੇ ਹਾਂ, ਤੁਹਾਨੂੰ ਉਹਨਾਂ 3 ਤਾਕਤਾਂ ਨੂੰ ਸਮਝਣ ਦੀ ਲੋੜ ਹੈ ਜਿਨ੍ਹਾਂ ਨੇ ਇੱਕੋ ਸਮੇਂ ਭਾਰਤੀ ਬਾਜ਼ਾਰ ਤੇ ਹਮਲਾ ਕੀਤਾ। 1 ਨਹੀਂ, 2 ਨਹੀਂ, 3। AI ਦੀ ਗੜਬੜੀ ਜੋ ਜਨਵਰੀ 2026 ਵਿੱਚ ਹੋਈ। ਇਸ ਲਈ ਜਦੋਂ DeepSeek AI ਲਾਂਚ ਹੋਇਆ ਤਾਂ ਇਸਨੇ ਗਲੋਬਲ IT ਸਟਾਕਾਂ ਨੂੰ ਹਿਲਾ ਕੇ ਰੱਖ ਦਿੱਤਾ। ਭਾਰਤ ਦੇ ਨਿਫਟੀ IT ਸੂਚਕਾਂਕ ਨੇ ਮਾਰਕੀਟ ਕੈਪ ਵਿੱਚੋਂ ਲਗਭਗ 68.6 ਬਿਲੀਅਨ ਡਾਲਰ ਦਾ ਸਫਾਇਆ ਕਰ ਦਿੱਤਾ। ਇਹ ਇਸ ਲਈ ਮਾਇਨੇ ਰੱਖਦਾ ਹੈ ਕਿਉਂਕਿ ਭਾਰਤ ਦਾ ਪੂਰਾ IT ਸੈਕਟਰ ਨਿਫਟੀ 50 ਦੇ ਭਾਰ ਦਾ 15% ਦਰਸਾਉਂਦਾ ਹੈ। ਦੂਜਾ ਝਟਕਾ ਟਰੰਪ ਟੈਰਿਫ ਹੈ ਜੋ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਪਰ ਫਰਵਰੀ 2026 ਵਿੱਚ ਅਮਰੀਕਾ ਨੇ ਵਿਸ਼ਵਵਿਆਪੀ ਵਪਾਰਕ ਭਾਈਵਾਲਾਂ ਤੇ ਇੱਕ ਟੈਰਿਫ ਹਮਲਾ ਸ਼ੁਰੂ ਕੀਤਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕ FII ਜੋ ਭਾਰਤੀ ਸਟਾਕ ਖਰੀਦ ਰਹੇ ਸਨ, ਭਾਰਤ ਤੋਂ ਬਾਹਰ ਨਿਕਲ ਗਏ। ਸਿਰਫ ਜਨਵਰੀ 2026 ਵਿੱਚ ਇਕੁਇਟੀ ਇਨਫਲੋਸ ਮਹੀਨੇ ਦਰ ਮਹੀਨੇ 14% ਘਟ ਗਿਆ। ਅਤੇ ਤੀਜਾ ਝਟਕਾ ਅਮਰੀਕਾ-ਈਰਾਨ ਯੁੱਧ ਸੀ। ਪੱਛਮੀ ਏਸ਼ੀਆ ਵਿੱਚ ਅਮਰੀਕਾ ਦੀ ਫੌਜੀ ਕਾਰਵਾਈ ਨੇ ਬ੍ਰੈਂਟ ਕੱਚੇ ਤੇਲ ਤੇ ਅਸਰ ਪਾਇਆ ਜੋ ਹੁਣ $100 ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਹੈ। ਸਟ੍ਰੇਟ ਆਫ ਹਾਰਮੂਜ਼ ਜਿਸ ਰਾਹੀਂ ਭਾਰਤ ਦੀ 85 ਤੋਂ 90% LPG ਦਰਾਮਦ ਹੁੰਦੀ ਹੈ, ਹੁਣ ਤਣਾਅ ਵਿੱਚ ਸੀ। ਯੁੱਧ ਸ਼ੁਰੂ ਹੋਣ ਤੋਂ ਬਾਅਦ ਵਾਲੇ ਹਫ਼ਤੇ ਵਿੱਚ ਨਿਫਟੀ 5% ਡਿੱਗਿਆ। ਇਹਨਾਂ ਵਿੱਚੋਂ ਹਰ ਇੱਕ ਝਟਕਾ ਇਕੱਲੇ ਤੌਰ ਤੇ ਸੰਭਾਲਣਯੋਗ ਸੀ, ਪਰ ਇਕੱਠੇ ਮਿਲ ਕੇ ਉਹਨਾਂ ਨੇ ਉਹ ਬਣਾਇਆ ਜਿਸ ਨੂੰ ਰਣਨੀਤੀਕਾਰ ਇੱਕ ਜ਼ਹਿਰੀਲਾ ਕਾਕਟੇਲ ਕਹਿ ਰਹੇ ਹਨ। ਇੱਕ ਵਾਕੰਸ਼ ਜੋ ਕੁਝ ਸਮਾਂ ਪਹਿਲਾਂ ਇਕਨੋਮਿਕ ਟਾਈਮਸ ਦੁਆਰਾ ਵਰਤਿਆ ਗਿਆ ਸੀ। ਪਰ ਇੱਥੇ ਉਹ ਚੀਜ਼ ਹੈ ਜਿਸ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰ ਰਹੇ ਹਨ, ਸੰਦਰਭ। ਅਤੇ ਇਹ ਉਹ ਸੰਦਰਭ ਹੈ ਜਿਸ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰਦੇ ਹਨ। ਪਿਛਲੇ 25 ਸਾਲਾਂ ਵਿੱਚ ਨਿਫਟੀ 50 ਦੀ ਔਸਤ ਰਿਟਰਨ 13 ਤੋਂ 14% ਰਹੀ ਹੈ। ਪਿਛਲੇ 25 ਸਾਲਾਂ ਵਿੱਚ ਨਿਫਟੀ 500 ਦੀ ਔਸਤ ਰਿਟਰਨ ਲਗਭਗ 15 ਤੋਂ 16% ਰਹੀ ਹੈ। ਇਸ 25 ਸਾਲਾਂ ਦੀ ਮਿਆਦ ਵਿੱਚ 2008 ਦਾ ਵਿੱਤੀ ਸੰਕਟ ਜਿੱਥੇ ਸੈਂਸੈਕਸ 60% ਡਿੱਗਿਆ, 2020 ਦਾ ਕੋਵਿਡ ਕ੍ਰੈਸ਼ ਜਿੱਥੇ ਸੈਂਸੈਕਸ 38% ਡਿੱਗਿਆ, 2022 ਦਾ ਰੂਸ ਯੂਕਰੇਨ ਯੁੱਧ, ਕਈ FII ਸੈਲ ਆਫ, ਕਈ ਤੇਲ ਦੇ ਝਟਕੇ ਸ਼ਾਮਲ ਹਨ। ਹਰ ਇੱਕ ਮਾਮਲੇ ਵਿੱਚ ਬਾਜ਼ਾਰ ਮੁੜ ਸੰਭਲ ਗਏ ਅਤੇ ਹੋਰ ਉੱਚੇ ਗਏ। ਬਾਜ਼ਾਰ ਨੇ ਇਹ ਪਹਿਲਾਂ ਵੀ ਦੇਖਿਆ ਹੈ। ਸਵਾਲ ਇਹ ਨਹੀਂ ਹੈ ਕਿ ਇਹ ਠੀਕ ਹੋ ਜਾਵੇਗਾ, ਪਰ ਅਸਲ ਸਵਾਲ ਇਹ ਹੈ ਕਿ ਤੁਸੀਂ ਇੰਤਜ਼ਾਰ ਕਰਦੇ ਹੋਏ ਕੀ ਕਰ ਰਹੇ ਹੋ। ਅਤੇ ਇੱਥੇ ਹੀ ਡੇਟਾ ਅਸਹਿਜ ਹੋ ਜਾਂਦਾ ਹੈ। ਅਸੀਂ ਪਿਛਲੇ ਹਫ਼ਤੇ ਦੌਰਾਨ ਡਿਜੀਟਲ ਪਲੇਟਫਾਰਮਾਂ ਤੇ ਇੱਕ ਵਿਆਪਕ ਵਿਸ਼ਲੇਸ਼ਣ ਕੀਤਾ, ਚਰਚਾਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਭਾਵਨਾਵਾਂ ਨੂੰ ਟਰੈਕ ਕਰਦੇ ਹੋਏ ਅਤੇ ਇੱਥੋਂ ਤੱਕ ਕਿ ਵਿੱਤੀ ਭਾਈਚਾਰਿਆਂ ਵਿੱਚ ਨਿਵੇਸ਼ਕਾਂ ਦੀਆਂ ਕੁਝ ਗੱਲਾਂ-ਬਾਤਾਂ ਦੀ ਜਾਂਚ ਕਰਦੇ ਹੋਏ। ਇਸਨੇ ਅਜਿਹੇ ਪੈਟਰਨਾਂ ਦਾ ਖੁਲਾਸਾ ਕੀਤਾ ਜੋ ਅਨੁਮਾਨਯੋਗ ਹਨ ਪਰ ਬਹੁਤ ਚਿੰਤਾਜਨਕ ਵੀ ਹਨ। ਤਾਂ ਪ੍ਰਚੂਨ ਨਿਵੇਸ਼ਕਾਂ ਦੀਆਂ ਚੋਟੀ ਦੀਆਂ 5 ਚਿੰਤਾਵਾਂ ਕੀ ਸਨ? ਚਿੰਤਾ ਨੰਬਰ 1, ਕੀ ਮੈਨੂੰ ਆਪਣੀਆਂ SIPs ਬੰਦ ਕਰ ਦੇਣੀਆਂ ਚਾਹੀਦੀਆਂ ਹਨ? ਚਿੰਤਾ ਨੰਬਰ 2, ਮੇਰਾ ਪੋਰਟਫੋਲੀਓ 15 ਤੋਂ 20% ਹੇਠਾਂ ਹੈ, ਕੀ ਮੈਨੂੰ ਬਾਹਰ ਨਿਕਲ ਜਾਣਾ ਚਾਹੀਦਾ ਹੈ? ਚਿੰਤਾ ਨੰਬਰ 3, ਕੀ ਇਹ ਇੱਕ ਵੱਡੇ ਕ੍ਰੈਸ਼ ਦੀ ਸ਼ੁਰੂਆਤ ਹੈ? ਚਿੰਤਾ ਨੰਬਰ 4, ਕੀ ਮੈਨੂੰ ਸਭ ਕੁਝ ਸੋਨੇ ਜਾਂ FD ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ? ਅਤੇ 5, ਸਟਾਕ ਮਾਰਕੀਟ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਕਾਰਨ ਲਾਵਾ ਹੈ। ਆਓ ਆਪਾਂ ਇਹਨਾਂ ਵਿੱਚੋਂ ਹਰ ਇੱਕ ਨੂੰ ਗੰਭੀਰਤਾ ਨਾਲ ਲਈਏ। ਇਹ ਉਹਨਾਂ ਲੋਕਾਂ ਦੇ ਸਵਾਲ ਹਨ ਜਿਨ੍ਹਾਂ ਨੇ ਆਪਣੇ ਪੈਸੇ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਨੂੰ ਘਟਦੇ ਹੋਏ ਦੇਖਣਾ ਸੌਖਾ ਨਹੀਂ ਹੋ ਸਕਦਾ। ਤਾਂ ਕਿ ਮੈਨੂੰ ਆਪਣੀਆਂ SIPs ਬੰਦ ਕਰ ਦੇਣੀਆਂ ਚਾਹੀਦੀਆਂ ਹਨ? ਉਸ ਸਵਾਲ ਦਾ ਜਵਾਬ ਡੇਟਾ ਵਿੱਚ ਹੈ। ਫਰਵਰੀ 2026 ਵਿੱਚ SIP ਫਲੋ ਇਕੱਲਾ ਲਗਭਗ 26,000 ਕਰੋੜ ਰੁਪਇਆ ਸੀ। ਇਸ ਲਈ ਮਹੀਨੇ ਦਰ ਮਹੀਨੇ ਇਹ ਲਗਭਗ 4% ਘਟ ਗਿਆ। ਕਾਰਨ ਕੀ ਸੀ? SIP ਰੱਦੀਕਰਨ ਵੱਧ ਰਿਹਾ ਸੀ। ਅਤੇ ਮਾਹਰਾਂ ਨੇ ਕੀ ਚੇਤਾਵਨੀ ਦਿੱਤੀ ਕਿ ਬਾਜ਼ਾਰ ਸੁਧਾਰ SIP ਰੱਦੀਕਰਨ ਦਾ ਕਾਰਨ ਬਣਦੇ ਹਨ। ਨਿਵੇਸ਼ਕ ਇੱਕ ਮਹਿੰਗੀ ਗਲਤੀ ਕਰ ਰਹੇ ਹੋ ਸਕਦੇ ਹਨ। ਜਦੋਂ ਫਰਵਰੀ ਵਿੱਚ SIP ਪ੍ਰਵਾਹ 3.7% ਘਟਿਆ ਤਾਂ ਇਸ ਦਾ ਮਤਲਬ ਹੈ ਕਿ ਹਜ਼ਾਰਾਂ ਨਿਵੇਸ਼ਕਾਂ ਨੇ ਬਿਲਕੁਲ ਗਲਤ ਸਮੇਂ ਤੇ ਆਪਣੀਆਂ SIPs ਰੱਦ ਕਰਤੀਆਂ।
ਉਸ ਫੈਸਲੇ ਦੀ ਬੇਰਹਿਮ ਵਿਡੰਬਨਾ ਇਹ ਹੈ। ਜਦੋਂ ਬਾਜ਼ਾਰ ਡਿੱਗਦੇ ਹਨ, ਤੁਹਾਡੀ SIP ਸਸਤੇ ਭਾਅ ਤੇ ਵੱਧ ਯੂਨਿਟ ਖਰੀਦਦੀ ਹੈ। ਰੂਪੀ ਕਾਸਟ ਐਵਰੇਜਿੰਗ ਦਾ ਸਾਰਾ ਮਕਸਦ ਹੀ ਇਹੀ ਹੈ। ਕ੍ਰੈਸ਼ ਦੌਰਾਨ ਆਪਣੀ SIP ਨੂੰ ਰੋਕਣਾ ਆਪਣੇ ਮਨਪਸੰਦ ਬ੍ਰਾਂਡ ਨੂੰ ਖਰੀਦਣ ਤੋਂ ਇਨਕਾਰ ਕਰਨ ਵਾਂਗ ਹੈ, ਕਿਉਂਕਿ ਉਹ ਸੇਲ ਤੇ ਹਨ। ਤਾਂ ਫਿਰ ਰੂਪੀ ਕਾਸਟ ਐਵਰੇਜਿੰਗ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ? ਮੰਨ ਲਓ ਕਿ ਪਹਿਲੇ ਮਹੀਨੇ ਵਿੱਚ NAV, ਜੋ ਕਿ ਤੁਹਾਡੇ ਮਿਊਚੁਅਲ ਫੰਡ ਦਾ ਸ਼ੁੱਧ ਸੰਪत्ति ਮੁੱਲ ਹੈ, 100 ਰੁਪਏ ਹੈ। ਤੁਸੀਂ 5000 ਦਾ ਨਿਵੇਸ਼ ਕੀਤਾ, ਇਸ ਲਈ ਤੁਹਾਨੂੰ 50 ਯੂਨਿਟ ਮਿਲੇ। ਦੂਜੇ ਮਹੀਨੇ ਵਿੱਚ NAV ਘਟ ਕੇ 80 ਰੁਪਏ ਹੋ ਗਈ। ਉਸ 5000 में ਹੁਣ ਤੁਹਾਨੂੰ 62.5 ਯੂਨਿਟ ਦਿਵਾਏ। ਤੀਜੇ ਮਹੀਨੇ ਜਦੋਂ ਤੁਹਾਡਾ NAV ਥੋੜਾ ਵਧਿਆ ਤਾਂ ਤੁਹਾਡੇ 5000 ਰੁਪਏ ਨੇ ਤੁਹਾਨੂੰ 55.5 ਯੂਨਿਟ ਦਿਵਾਏ। ਚੌਥੇ ਮਹੀਨੇ NAV 110 ਸੀ, ਇਸ ਲਈ ਤੁਹਾਡੇ 5000 ਰੁਪਏ ਦੀ SIP ਨੇ ਤੁਹਾਨੂੰ 45.5 ਯੂਨਿਟ ਦਿਵਾਏ। ਜਿਹੜੇ ਨਿਵੇਸ਼ਕ ਦੂਜੇ ਮਹੀਨੇ ਵਿੱਚ ਰੁਕ ਗਏ, ਉਹ 80 ਰੁਪਏ ਵਿੱਚ 62.5 ਯੂਨਿਟਾਂ ਤੋਂ ਖੁੰਝ ਗਏ। ਜਾਰੀ ਰੱਖਣ ਵਾਲੇ ਨਿਵੇਸ਼ਕਾਂ ਦੇ ਪੋਰਟਫੋਲੀਓ ਵਿੱਚ 11000 ਹੋਰ ਹਨ, ਭਾਵੇਂ ਕਿ ਰੁਕ ਗਏ ਨਿਵੇਸ਼ਕ ਦਾ 17.5 ਤੋਂ 23.75% ਤੱਕ ਦਾ ਉੱਚ ਪ੍ਰਤੀਸ਼ਤ ਰਿਟਰਨ ਹੈ। ਅਤੇ ਅਜਿਹਾ ਕਿਉਂ ਹੈ? ਕਿਉਂਕਿ ਜਾਰੀ ਰੱਖਣ ਵਾਲੇ ਨਿਵੇਸ਼ਕ ਨੇ ਕੁੱਲ ਵਧੇਰੇ ਪੂੰਜੀ ਦਾ ਨਿਵੇਸ਼ ਕੀਤਾ ਅਤੇ ਕ੍ਰੈਸ਼ ਕੀਮਤ ਤੇ ਵਧੇਰੇ ਯੂਨਿਟ ਪ੍ਰਾਪਤ ਕੀਤੇ। ਦੂਜੀ ਚਿੰਤਾ ਇਹ ਹੈ, ਮੇਰਾ ਪੋਰਟਫੋਲੀਓ 15 ਤੋਂ 20% ਹੇਠਾਂ ਹੈ, ਕੀ ਮੈਨੂੰ ਬਾਹਰ ਨਿਕਲ ਜਾਣਾ ਚਾਹੀਦਾ ਹੈ? ਇਹ ਸਭ ਤੋਂ ਖਤਰਨਾਕ ਸਵਾਲ ਹੈ, ਕਿਉਂਕਿ ਇਸ ਦਾ ਜਵਾਬ ਪੂਰੀ ਤਰ੍ਹਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਹਿਲੀ ਥਾਂ ਤੇ ਨਿਵੇਸ਼ ਕਿਉਂ ਕੀਤਾ ਸੀ। ਰਿਟੇਲ ਨਿਵੇਸ਼ਕ ਦਾ ਜਾਲ। ਸਾਡੇ ਹੌਲੀਆ ਇੰਟਰਵਿਊ ਵਿੱਚ ਕੋਟਕ ਐਸੈਟ ਮੈਨੇਜਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੀਲੇਸ਼ ਸ਼ਾਹ ਨੇ ਕਿਹਾ, ਸੰਕਟ ਦੇ ਸਮੇਂ ਵਿੱਚ ਸੰਪਤੀ ਵੰਡ ਦੇ ਧਰਮ ਦੀ ਪਾਲਣਾ ਕਰੋ, ਇਸ ਲਈ ਸੰਪਤੀ ਵੰਡ ਮੁੱਖ ਹੈ। ਇਹ ਉਹਨਾਂ ਦੁਆਰਾ ਕਹੀਆਂ ਗਈਆਂ ਕਈ ਸ਼ਾਨਦਾਰ ਗੱਲਾਂ ਵਿੱਚੋਂ ਇੱਕ ਸੀ। ਜੇਕਰ ਤੁਸੀਂ ਉਹ ਇੰਟਰਵਿਊ ਨਹੀਂ ਦੇਖੀ ਹੈ ਤਾਂ ਉਸ ਦਾ ਲਿੰਕ ਹੇਠਾਂ ਵੇਰਵੇ ਵਿੱਚ ਹੈ। ਤਾਂ ਆਓ ਅੰਕੜਿਆਂ ਬਾਰੇ ਗੱਲ ਕਰੀਏ, ਕਿਉਂਕਿ ਇਹੀ ਸਭ ਤੋਂ ਵੱਧ ਮਾਇਨੇ ਰੱਖਦਾ ਹੈ, ਨਾ ਕਿ ਡਰਾਉਣੀਆਂ ਸੁਰਖੀਆਂ। ਅਸਲ ਅੰਕੜੇ ਮੰਨ ਲਓ 11 ਫਰਵਰੀ ਤੋਂ ਬਾਜ਼ਾਰ ਦੇ ਸਿਖਰ ਤੋਂ ਸਾਨੂੰ ਦੱਸਦੇ ਹਨ ਕਿ ਇਹ ਲਗਭਗ 10% ਡਿੱਗਿਆ। ਸਤੰਬਰ 2024 ਦੀ ਸਿਖਰ ਤੋਂ ਬਾਜ਼ਾਰ ਲਗਭਗ 15% ਡਿੱਗ ਗਏ। ਇੱਕ ਮਹੀਨੇ ਦੀ ਕਾਰਗੁਜ਼ਾਰੀ ਦਾ ਮਤਲਬ ਹੈ ਕਿ ਗੰਭੀਰ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਲਗਾਤਾਰ ਗਿਰਾਵਟ ਆਈ ਹੈ। ਤਾਂ 25 ਲੱਖ ਕਰੋੜ ਦਾ ਅਸਲ ਵਿੱਚ ਮਤਲਬ ਕੀ ਹੈ? BSE ਮਾਰਕੀਟ ਕੈਪ ਨੇ ਮਾਰਚ 2026 ਦੇ ਸ਼ੁਰੂ ਵਿੱਚ 25 ਲੱਖ ਕਰੋੜ ਦਾ ਸਫਾਇਆ ਕਰ ਦਿੱਤਾ। ਸਾਲ 2025-26 ਲਈ ਭਾਰਤ ਦੀ GDP ਲਗਭਗ 330 ਲੱਖ ਕਰੋੜ ਹੋਣ ਦਾ ਅਨੁਮਾਨ ਹੈ। ਤਾਂ ਮਾਰਕੀਟ ਕੈਪ ਨੇ ਅਸਲ ਵਿੱਚ ਕੀ ਖਤਮ ਕੀਤਾ? ਇਸ ਨੇ ਭਾਰਤ ਦੀ ਸਾਲਾਨਾ GDP ਦਾ ਲਗਭਗ 7.5% ਖਤਮ ਕਰ ਦਿੱਤਾ। ਸਿਰਫ ਕੁਝ ਸੰਦਰਭ ਲਈ 2008 ਵਿੱਚ ਜਦੋਂ 12 ਮਹੀਨਿਆਂ ਵਿੱਚ ਬਾਜ਼ਾਰ ਲਗਭਗ 60% ਡਿੱਗ ਗਿਆ ਸੀ, ਕੋਵਿਡ ਕ੍ਰੈਸ਼ ਦੌਰਾਨ ਸੈਂਸੈਕਸ 40 ਦਿਨਾਂ ਵਿੱਚ ਲਗਭਗ 38% ਡਿੱਗ ਗਿਆ ਸੀ ਅਤੇ ਮੌਜੂਦਾ ਸੁਧਾਰ ਵਿੱਚ ਬਾਜ਼ਾਰ ਇੱਕ ਮਹੀਨੇ ਵਿੱਚ ਲਗਭਗ 10% ਡਿੱਗਿਆ ਹੈ। ਇਸ ਲਈ ਇਹ ਇੱਕ ਸੁਧਾਰ ਹੈ, ਇੱਕ ਪ੍ਰਤੀਕਿਰਿਆ ਹੈ, ਪਰ ਟੈਟੇਰੀ ਹੋਣਾ ਨਹੀਂ ਹੈ। ਹੁਣ ਆਓ ਰੁਪਏ ਬਾਰੇ ਗੱਲ ਕਰੀਏ, ਕਿਉਂਕਿ ਇਹ ਉਹ ਚਿੰਤਾ ਹੈ ਜੋ ਚੁੱਪਚਾਪ ਸਾਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਲੋਕਾਂ ਦਾ ਸਭ ਤੋਂ ਘੱਟ ਧਿਆਨ ਖਿੱਚ ਰਹੀ ਹੈ। ਮਾਰਚ 2026 ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਲਗਭਗ 91 ਰੁਪਏ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ ਹੈ। ਇਹ ਇੱਕ ਨਵਾਂ ਇਤਿਹਾਸਕ ਨੀਵਾਂ ਪੱਧਰ ਹੈ ਜੋ ਮੁਦਰਾ ਦੇ ਮਹੱਤਵਪੂਰਨ ਮੁੱਲ ਘਾਟੇ ਨੂੰ ਦਰਸਾਉਂਦਾ ਹੈ। ਤੁਹਾਡੇ ਲਈ ਇਸ ਦਾ ਕੀ ਮਤਲਬ ਹੈ? ਖੈਰ, ਜਦੋਂ ਰੁਪਇਆ ਕਮਜ਼ੋਰ ਹੁੰਦਾ ਹੈ ਤਾਂ ਆਯਾਤ ਕੀਤੀਆਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਹਨ। ਇਲੈਕਟ੍ਰੋਨਿਕਸ, ਈਂਧਨ, ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਵਿਦੇਸ਼ੀ ਸਿੱਖਿਆ ਹੋਰ ਮਹਿੰਗੀ ਹੋ ਜਾਂਦੀ ਹੈ। ਵਿਦੇਸ਼ ਯਾਤਰਾ ਹੋਰ ਮਹਿੰਗੀ ਹੋ ਜਾਂਦੀ ਹੈ। ਭਾਰਤ ਦਾ ਸਮੁੱਚਾ ਦਰਾਮਦ ਬਿੱਲ ਵਧੇਗਾ, ਜਿਸ ਨਾਲ ਪੂਰੇ ਅਰਥਚਾਰੇ ਵਿੱਚ ਮਹਿੰਗਾਈ ਤੇ ਦਬਾਅ ਬਣਦਾ ਹੈ। ਅਤੇ ਫਿਰ IT ਸੈਕਟਰ ਹੈ। ਇਹ ਉਹ ਕਹਾਣੀ ਹੈ ਜਿਸ ਨੂੰ ਜ਼ਿਆਦਾਤਰ ਪ੍ਰਚੂਨ ਨਿਵੇਸ਼ਕ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਹਨ। AI ਵਿਘਨ ਜੋ ਭਾਰਤ ਦੇ IT ਸੈਕਟਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ। ਅਸਲ ਡਰ ਇਹ ਹੈ ਕਿ ਜੇਕਰ AI ਇਸ ਦੇ ਨਾਲ ਕੋਡਿੰਗ, ਟੈਸਟਿੰਗ ਅਤੇ ਸਾਰੇ ਸਹਾਇਕ ਕੰਮਾਂ ਨੂੰ ਸਵੈਚਾਲਿਤ ਕਰਦਾ ਹੈ ਤਾਂ ਭਾਰਤ ਦਾ $250 ਅਰਬ ਦਾ IT ਨਿਰਯਾਤ ਉਦਯੋਗ ਢਾਂਚਾਗਤ ਵਿਘਨ ਦਾ ਸਾਹਮਣਾ ਕਰੇਗਾ। ਅਸਲੀਅਤ ਇਹ ਹੈ ਕਿ ਹਾਂ, ਭਾਰਤ ਦੀਆਂ ਪ੍ਰਮੁੱਖ ਫਰਮਾਂ ਇਸ ਢਾਂਚਾਗਤ ਵਿਘਨ ਦਾ ਸਾਹਮਣਾ ਕਰਨਗੀਆਂ, ਪਰ ਉਹ AI ਸੇਵਾਵਾਂ ਵੱਲ ਵੀ ਰੁਖ ਕਰ ਰਹੀਆਂ ਹਨ। TCS, ਇਨਫੋਸਿਸ, ਵਿਪਰੋ ਸਾਰੇ AI ਸਮਰੱਥਾਵਾਂ ਵਿੱਚ ਭਾਰੀ ਨਿਵੇਸ਼ ਕਰ ਰਹੇ ਹਨ। ਇਸ ਲਈ ਥੋੜੇ ਸਮੇਂ ਲਈ ਮੁਸ਼ਕਲ ਹੋਵੇਗੀ, ਪਰ ਇੱਕ ਲੰਬੇ ਸਮੇਂ ਦਾ ਬਦਲਾਅ ਚੱਲ ਰਿਹਾ ਹੈ। ਤਾਂ ਆਓ ਤੁਹਾਡੀਆਂ ਚਿੰਤਾਵਾਂ ਤੇ ਇੱਕ-ਇੱਕ ਕਰਕੇ ਗੱਲ ਕਰੀਏ।
ਕੀ ਇਹ ਖਰੀਦਣ ਦਾ ਮੌਕਾ ਹੈ ਜਾਂ ਤੁਸੀਂ ਡਿੱਗਦੇ ਚਾਕੂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੋ? ਮਾਹਰਾਂ ਦੀ ਆਮ ਸਹਿਮਤੀ ਇਹ ਹੈ ਕਿ ਸ਼੍ਰੀਮਾਨ ਦੇ ਅਨੁਸਾਰ ਵੀ ਮਿਲੇਸ਼ ਸ਼ਾਹ ਸੰਪत्ति ਵੰਡ ਦੇ ਸਿਧਾਂਤਾਂ ਦੀ ਪਾਲਣਾ ਕਰੋ ਅਤੇ ਇਸ ਨੂੰ ਆਪਣੀਆਂ ਸਮਾਂ ਸੀਮਾਵਾਂ ਦੇ ਅਨੁਸਾਰ ਟਾਲੋ। ਦੂਜੀ ਚਿੰਤਾ ਇਹ ਹੈ ਕਿ ਮੈਨੂੰ ਸਭ ਕੁਝ ਸੋਨੇ ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ। ਖੈਰ, ਸੋਨਾ ਇੱਕ ਲਾਭਦਾਇਕ ਵਿਭਿੰਨਤਾ ਸਾਧਨ ਵਜੋਂ ਕੰਮ ਕਰਦਾ ਹੈ ਜੋ ਮਹਿੰਗਾਈ, ਮੁਦਰਾ ਦੀ ਅਸਥਿਰਤਾ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਦੌਰਾਨ ਪੋਰਟਫੋਲੀਓ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਥੋੜੀ ਜਿਹੀ ਵੰਡ ਸਥਿਰਤਾ ਵਧਾਉਂਦੀ ਹੈ, ਪਰ ਇਸ ਨੂੰ ਲੰਬੇ ਸਮੇਂ ਦੀਆਂ ਵਿਕਾਸਮੁਖੀ ਸੰਪत्तियां ਦਾ ਪੂਰਕ ਹੋਣਾ ਚਾਹੀਦਾ ਹੈ, ਨਾ ਕਿ ਉਹਨਾਂ ਦਾ ਬਦਲ। ਤੁਹਾਡੀ ਤੀਜੀ ਚਿੰਤਾ ਇਹ ਹੈ ਕਿ ਐਫਡੀ ਅਤੇ ਕਰਜ਼ੇ ਦਾ ਕੀ? ਖੈਰ, ਮਾਰਚ 2026 ਵਿੱਚ ਪ੍ਰਮੁੱਖ ਬੈਂਕਾਂ ਦੀਆਂ ਮੌਜੂਦਾ ਸਥਿਰ ਜਮ੍ਹਾਂ ਦਰਾਂ ਲਗਭਗ 7 ਤੋਂ 7.5% ਹਨ। ਜੇਕਰ ਤੁਸੀਂ ਮਹਿੰਗਾਈ ਨੂੰ ਛੋਟ ਦਿੰਦੇ ਹੋ, ਜੋ ਲਗਭਗ 5 ਤੋਂ 6% ਹੈ, ਤਾਂ ਅਸਲ ਰਿਟਰਨ ਜੋ ਤੁਹਾਨੂੰ ਮਿਲ ਰਿਹਾ ਹੈ ਉਹ ਲਗਭਗ 1.5 ਤੋਂ 2% ਹੈ। ਇਸ ਲਈ ਫਿਕਸ ਡਿਪੋਜ਼ਿਟ ਦੌਲਤ ਬਣਾਉਣ ਵਾਲੇ ਨਹੀਂ ਹਨ, ਪਰ ਉਹ ਪੂੰਜੀ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਵਧੀਆ ਹਨ। ਕੀ ਮੇਰਾ ਸਮਾਲ ਕੈਪ ਜਾਂ ਮਿਡ ਕੈਪ ਫੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ? ਤਾਂ ਸੱਚਾਈ ਇਹ ਹੈ ਕਿ ਸਮਾਲ ਕੈਪ ਸੂਚਕਾਂਕ ਆਪਣੇ 52 ਹਫ਼ਤਿਆਂ ਦੇ ਉੱਚੇ ਪੱਧਰ ਤੋਂ ਲਗਭਗ 15% ਹੇਠਾਂ ਆਇਆ ਸੀ ਅਤੇ ਮਿਡ ਕੈਪ ਸੂਚਕਾਂਕ ਆਪਣੇ 52 ਹਫ਼ਤਿਆਂ ਦੇ ਉੱਚੇ ਪੱਧਰ ਤੋਂ ਲਗਭਗ 12% ਹੇਠਾਂ ਆਇਆ ਸੀ। ਪਰ ਆਓ ਇਤਿਹਾਸਕ ਮਿਸਾਲ ਤੇ ਨਜ਼ਰ ਮਾਰੀਏ। 2020 ਦੇ ਕੋਵਿਡ ਕ੍ਰੈਸ਼ ਤੋਂ ਬਾਅਦ ਸਮਾਲ ਕੈਪਸ ਨੇ 18 ਮਹੀਨਿਆਂ ਵਿੱਚ 100% ਤੋਂ ਵੱਧ ਦੀ ਰਿਕਵਰੀ ਕੀਤੀ। 2018 ਦੀ ਸੋਧ ਤੋਂ ਬਾਅਦ ਸਮਾਲ ਕੈਪਸ ਨੂੰ ਰਿਕਵਰ ਹੋਣ ਵਿੱਚ 3 ਸਾਲ ਲੱਗੇ। ਮੁੱਖ ਪਰਿਵਰਤਨਸ਼ੀਲ ਕਾਰਕ ਉਹ ਸਮਾਂ ਸੀਮਾ ਹੈ ਜਿਸ ਬਾਰੇ ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕਿੰਨੀ ਹੈ। ਜੇ ਤੁਹਾਡੀ ਸਮਾਂ ਸੀਮਾ 7 ਤੋਂ 10 ਸਾਲ ਜਾਂ 1 ਤੋਂ 2 ਸਾਲ ਹੈ ਤਾਂ ਇਹ ਗਤੀਸ਼ੀਲਤਾ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਤਾਂ ਡੇਟਾ ਕੀ ਕਹਿੰਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਸ ਸਭ ਤੋਂ ਬਾਅਦ ਅਤੇ ਸਾਰੇ ਡੇਟਾ ਤੋਂ ਬਾਅਦ ਸਬੂਤ ਅਸਲ ਵਿੱਚ ਤੁਹਾਨੂੰ ਕੀ ਦੱਸਦੇ ਹਨ? ਅਸੀਂ ਤੁਹਾਨੂੰ ਸਲਾਹ ਨਹੀਂ ਦੇ ਸਕਦੇ, ਪਰ ਸਾਡੇ ਕੋਲ ਇੱਕ ਢਾਂਚਾ ਹੈ ਅਤੇ ਇਸ ਨੂੰ ਹਰ ਪ੍ਰਚੂਨ ਨਿਵੇਸ਼ਕ ਲਈ 3 ਸਵਾਲਾਂ ਵਾਲਾ ਢਾਂਚਾ ਕਿਹਾ ਜਾਂਦਾ ਹੈ। ਆਪਣੇ ਆਪ ਨੂੰ ਇਹ ਸਵਾਲ ਪੁੱਛੋ। ਸਵਾਲ 1, ਮੈਨੂੰ ਇਹ ਪੈਸਾ ਕਦੋਂ ਚਾਹੀਦਾ ਹੈ? ਕੀ ਇਹ 2 ਸਾਲਾਂ ਤੋਂ ਘੱਟ ਹੈ? ਫਿਰ ਹੋ ਸਕਦਾ ਹੈ ਕਿ ਕਿਸੇ ਕਰਜ਼ੇ ਜਾਂ ਐਫਡੀ ਵਿੱਚ ਜਾਣਾ ਤੁਹਾਡੇ ਲਈ ਸਹੀ ਹੈ। ਇਸ ਵੇਲੇ ਇਕੁਇਟੀ ਤੁਹਾਡੇ ਲਈ ਨਹੀਂ ਹੈ। ਜੇਕਰ ਇਹ 2 ਤੋਂ 5 ਸਾਲ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਨਿਵੇਸ਼ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਇਹ 5 ਸਾਲ ਤੋਂ ਵੱਧ ਹੈ ਤਾਂ ਇਹ ਸੁਧਾਰ ਤੁਹਾਡੇ ਲਈ ਸਿਰਫ ਇੱਕ ਤੋਹਫਾ ਹੋ ਸਕਦਾ ਹੈ। ਆਪਣੀਆਂ SIPs ਜਾਰੀ ਰੱਖੋ, ਹੋਰ ਪੈਸੇ ਪਾਉਣ ਬਾਰੇ ਸੋਚੋ। ਸਵਾਲ ਨੰਬਰ 2, ਕੀ ਮੇਰਾ ਪੋਰਟਫੋਲੀਓ ਵਿਭਿੰਨ ਹੈ? ਕੀ ਤੁਸੀਂ 100% ਦੀ ਇਕੁਇਟੀ ਵਿੱਚ ਨਿਵੇਸ਼ ਕੀਤਾ ਹੈ? ਅਤੇ ਜੇਕਰ ਤੁਸੀਂ ਹੋ ਤਾਂ ਕਿ ਤੁਸੀਂ 100% ਦੀ ਛੋਟੇ ਕੈਪ ਵਿੱਚ ਨਿਵੇਸ਼ ਕੀਤਾ ਹੈ ਜਾਂ ਕਿ ਤੁਸੀਂ ਪਹਿਲਾਂ ਹੀ ਵਿਭਿੰਨ ਹੋ? ਜਵਾਬ ਬਿਲਕੁਲ ਸਾਫ਼ ਹੈ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤੀਜਾ ਸਵਾਲ ਜੋ ਤੁਹਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਕੀ ਮੈਂ ਖਬਰਾਂ ਤੇ ਪ੍ਰਤੀਕਿਰਿਆ ਦੇ ਰਹੀ ਹਾਂ ਜਾਂ ਆਪਣੀ ਵਿੱਤੀ ਯੋਜਨਾ ਦਾ ਪਾਲਣ ਕਰ ਰਹੀ ਹਾਂ? ਜੇਕਰ ਤੁਸੀਂ ਖਬਰਾਂ ਤੇ ਪ੍ਰਤੀਕਿਰਿਆ ਦੇ ਰਹੇ ਹੋ ਤਾਂ ਰੁਕ ਜਾਓ। ਆਪਣੇ ਵਿੱਤੀ ਸਲਾਹਕਾਰ ਨੂੰ ਫੋਨ ਕਰੋ ਅਤੇ ਇੱਕ ਯੋਜਨਾ ਦਾ ਪਾਲਣ ਕਰੋ ਅਤੇ ਉਸ ਤੇ ਕਾਇਮ ਰਹੋ। ਪ੍ਰਕਿਰਿਆ ਤੇ ਭਰੋਸਾ ਕਰੋ। ਅਤੇ ਇੱਥੇ ਸਭ ਤੋਂ ਮਹੱਤਵਪੂਰਨ ਗੱਲ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਰਿਕਵਰੀ ਦੀ ਮਿਸਾਲ। 2008 ਵਿੱਚ ਵਿਸ਼ਵਵਿਆਪੀ ਵਿੱਤੀ ਸੰਕਟ ਦੌਰਾਨ ਜਦੋਂ ਸੈਂਸੈਕਸ 60% ਦੀ ਡਿੱਗਿਆ ਸੀ ਤਾਂ ਪਿਛਲੇ ਸਿਖਰ ਤੱਕ ਵਾਪਸ ਆਉਣ ਵਿੱਚ 18 ਮਹੀਨੇ ਲੱਗੇ ਸਨ। ਉਸ ਕ੍ਰੈਸ਼ ਤੋਂ 5 ਸਾਲਾ ਰਿਟਰਨ ਲਗਭਗ 200% ਉੱਪਰ ਵੱਲ ਸੀ। 2020 ਵਿੱਚ ਕੋਵਿਡ ਕ੍ਰੈਸ਼ ਦੌਰਾਨ ਜਦੋਂ ਸੈਂਸੈਕਸ 40 ਦਿਨਾਂ ਵਿੱਚ ਲਗਭਗ 40% ਡਿੱਗਿਆ ਸੀ ਤਾਂ ਪੀਕ ਤੋਂ ਰਿਕਵਰੀ ਦਾ ਸਮਾਂ ਲਗਭਗ 6 ਮਹੀਨੇ ਸੀ। ਉਸ ਕ੍ਰੈਸ਼ ਦੇ ਹੇਠਲੇ ਪੱਧਰ ਤੋਂ 2 ਸਾਲਾ ਰਿਟਰਨ 120% ਸੀ। ਮੌਜੂਦਾ ਸੁਧਾਰ ਤੋਂ ਜੋ ਕਿ ਫਰਵਰੀ ਤੋਂ ਮਾਰਚ 2026 ਹੈ, ਨਿਫਟੀ ਲਗਭਗ 10% ਡਿੱਗਿਆ ਹੈ। ਇਹ 2008 ਜਾਂ 2020 ਦੇ ਪੱਧਰ ਦੀ ਘਟਨਾ ਨਹੀਂ ਹੈ। ਭਾਰਤ ਦੇ ਘਰੇਲੂ SIP ਪ੍ਰਵਾਹ ਜੋ ਕਿ ਨਵੀਂ ਸਥਿਰ ਕਰਨ ਵਾਲੀ ਤਾਕਤ ਹੈ ਤੁਹਾਡੇ ਲਈ ਮੌਜੂਦ ਹੈ। ਅਤੇ ਇਸ ਤੋਂ ਮੇਰਾ ਮਤਲਬ ਇਹ ਹੈ ਕਿ ਭਾਰਤ ਦਾ ਪ੍ਰਚੂਨ ਨਿਵੇਸ਼ਕ ਆਧਾਰ ਹੁਣ 10 ਕਰੋੜ ਮਜ਼ਬੂਤ ਹੈ। SIP ਯੋਗਦਾਨ ਫਰਵਰੀ ਵਿੱਚ 3.7% ਦੀ ਗਿਰਾਵਟ ਦੇ ਬਾਵਜੂਦ ਵੀ ਪ੍ਰਤੀ ਮਹੀਨਾ ਲਗਭਗ 26,000 ਕਰੋੜ ਤੇ ਬਣੇ ਹੋਏ ਹਨ। ਇਹ ਘਰੇਲੂ ਪੈਸੇ ਦੀ ਇੱਕ ਕੰਧ ਹੈ ਜੋ 2008 ਜਾਂ 2020 ਵਿੱਚ ਮੌਜੂਦ ਨਹੀਂ ਸੀ। ਇੱਕ ਮਹੀਨਾ ਪਹਿਲਾਂ 11 ਫਰਵਰੀ ਨੂੰ ਬਹੁਤ ਸਾਰੇ ਲੋਕ ਡਰ ਗਏ ਸਨ। ਉਹਨਾਂ ਵਿੱਚੋਂ ਕੁਝ ਨੇ ਆਪਣੇ SIPs ਬੰਦ ਕਰ ਦਿੱਤੇ, ਕੁਝ ਨੇ ਘਾਟੇ ਤੇ ਵੇਚ ਦਿੱਤਾ, ਕੁਝ ਨੇ ਸਭ ਕੁਝ ਸੋਨੇ ਵਿੱਚ ਤਬਦੀਲ ਕਰ ਦਿੱਤਾ ਅਤੇ ਉਹਨਾਂ ਵਿੱਚੋਂ ਕੁਝ ਨੇ ਜਿਨ੍ਹਾਂ ਕੋਲ ਇੱਕ ਯੋਜਨਾ ਸੀ ਕੁਝ ਨਹੀਂ ਕੀਤਾ। ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਉਹ ਇੱਕ ਬੁਨਿਆਦੀ ਗੱਲ ਸਮਝਦੇ ਸਨ ਕਿ ਬਾਜ਼ਾਰ ਨੂੰ ਤੁਹਾਡੇ ਡਰ ਦੀ ਪਰਵਾਹ ਨਹੀਂ ਹੈ, ਇਸ ਨੂੰ ਤੁਹਾਡੀ ਚਿੰਤਾ ਦੀ ਪਰਵਾਹ ਨਹੀਂ ਹੈ, ਇਸ ਨੂੰ ਤੁਹਾਡੇ ਅੰਕਲ ਦੁਆਰਾ ਕ੍ਰੈਸ਼ ਬਾਰੇ ਭੇਜੇ ਗਏ WhatsApp ਫਾਰਵਰਡਾਂ ਦੀ ਪਰਵਾਹ ਨਹੀਂ ਹੈ। ਬਾਜ਼ਾਰ ਇੱਕ ਅਤੇ ਸਿਰਫ ਇੱਕ ਚੀਜ਼ ਦਾ ਇਨਾਮ ਦਿੰਦਾ ਹੈ, ਅਨੁਸ਼ਾਸਨ। ਇਹ ਡੀਕੋਡਰ ਹੈ ਅਤੇ ਅਸੀਂ ਇੱਥੇ ਵਿੱਤ ਨੂੰ ਡੀਕੋਡ ਕਰਨ ਲਈ ਹਾਂ।
ਤਾਂ ਜੋ ਤੁਸੀਂ ਰੋਜ਼ਾਨਾ ਆਧਾਰ ਤੇ ਬਿਹਤਰ ਫੈਸਲੇ ਲੈ ਸਕੋ। ਜੇ ਇਸ ਵੀਡੀਓ ਨੇ ਤੁਹਾਡੇ ਪੈਸੇ ਬਾਰੇ ਵਧੇਰੇ ਸਪਸ਼ਟ ਤੌਰ ਤੇ ਸੋਚਣ ਵਿੱਚ ਤੁਹਾਡੀ ਮਦਦ ਕੀਤੀ ਹੈ ਤਾਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਕਰੋ ਜਿਸ ਨੂੰ ਅੱਜ ਇਸ ਨੂੰ ਸੁਣਨ ਦੀ ਲੋੜ ਹੈ। ਅਤੇ ਜੇ ਤੁਹਾਡੇ ਕੋਈ ਸਵਾਲ ਹਨ ਤਾਂ ਉਹਨਾਂ ਨੂੰ ਹੇਠਾਂ ਟਿੱਪਣੀਆਂ ਵਿੱਚ ਛੱਡੋ। ਅਸੀਂ ਹਰ ਇੱਕ ਨੂੰ ਪੜ੍ਹਦੀਆਂ ਹਾਂ। ਮੈਂ ਤੁਹਾਨੂੰ ਅਗਲੀ ਵਿੱਚ ਮਿਲਾਂਗੀ।